कि सिद्धू मूसेवाला एक ऐसा गायक जिसने छोटी उम्र ਦੇ ਵਿੱਚ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਮ ਕਮਾਇਆ ਤੇ ਪੈਸਾ ਵੀ ਖੂਬ ਕਮਾਇਆ। ਗੱਲ ਕਰ ਰਹੇ ਨੇ ਕਿ ਸਿਵਿਆਂ ਨੂੰ ਜਾਂਦਾ ਇਕੱਠ ਦੱਸੂਗਾ, ਪਰ ਗੱਲ ਇਹ ਵੀ ਨਹੀਂ ਹੁੰਦੀ ਕਿ ਇਕੱਠ ਸਿਵਿਆਂ ਵਾਲੇ ਨਹੀਂ ਦੱਸਣਾ ਕਿ ਤੁਹਾਡੀ ਪਹੁੰਚ ਕਿੰਨੀ ਕੁ ਸੀ। ਜੇ ਜਾਉਂਦਿਆਂ ਤੋਂ ਨਹੀਂ ਨਾ ਤੁਹਾਡੇ ਨਾਲ ਮੇਲਾ ਲੱਗਦਾ ਜਿੱਥੇ ਤੁਸੀਂ ਜਾਂਦੇ ਹੋ, ਫਿਰ ਸਿਵਿਆਂ ਵਾਲਾ ਵੀ ਉੱਥੇ ਤੁਹਾਡਾ ਮਿੱਟੀ ਹੋ ਜਾਂਦਾ ਹੈਗਾ। ਮੇਰਾ ਮੰਨਣਾ ਇਹ ਹੈਗਾ ਸਰਪੰਚ ਇਹਨਾਂ ਨੇ ਮਾਤਾ ਜੀ ਅਤੇ ਪਿੰਡ ਦੀ ਨੁਹਾਰ ਬਦਲੀ ਹੋਈ ਹੈ ਅਤੇ ਮੇਰੇ ਖਿਆਲ ਕਿ ਬਹੁਤ ਵੱਡੇ ਦੇਖਿਆ ਜਾਵੇ ਕਿ ਇਹਨੇ ਮਹਿਲ ਵੀ ਬਣਾਇਆ ਮਿਹਨਤ ਕਰਕੇ, ਇਹਨੇ ਡਰੱਗ ਵੇਚ ਕੇ, ਹੀਰਾਫੇਰੀ ਕਰਕੇ, ਫਰਾਡ ਕਰਕੇ। ਬੀਮ ਸਟੈਂਡ ਦੇ ਵਿੱਚ ਜੋਗਿੰਦਰ ਬਾਸੀ ਹਾਜ਼ਰ ਹੈ ਔਰ ਦੇਖਿਆ ਜਾਵੇ ਕਿ ਦੇਸ਼ ਦੇ ਵਿਦੇਸ਼ ਬੈਠੇ ਜਿੰਨੇ ਵੀ ਸੰਗੀਤਕ ਧੁਨਾਂ ਨੂੰ ਮਾਣਦੇ ਨੇ, ਆਪਣੀ ਮਨਪਸੰਦ ਦੇ ਕਲਾਕਾਰਾਂ ਨੂੰ ਸੁਣਦੇ ਨੇ, ਹਰ ਕੋਈ ਪਸੰਦ ਹੈ। ਇਹ ਉਮਰ ਦੇ ਮੁਤਾਬਕ ਗਾਇਕ ਜਿਹੜੇ ਨੇ ਗਾਣਾ ਗਾਉਂਦੇ ਨੇ ਤੇ ਉਮਰ ਦੇ ਮੁਤਾਬਕ ਲੋਕ ਜਿਹੜੇ ਨੇ ਹਰ ਗਾਇਕ ਨੂੰ ਪਸੰਦ ਕਰਦੇ ਨੇ। ਔਰ ਸਾਡੀ ਜਿਹੜੀ ਉਮਰ ਹੈ ਉਹ ਅਸੀਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਜੇ ਨਹੀਂ ਰਹੀਆਂ ਤਾਂ ਉਹਨਾਂ ਦੀ ਆਵਾਜ਼ ਨੂੰ ਅਸੀਂ ਹਮੇਸ਼ਾ ਹੀ ਸੁਣਦੇ ਹਾਂ ਅਤੇ ਸੁਣਾਉਂਦੇ ਤਾਂ ਸਾਨੂੰ ਬੜਾ ਫਖਰ ਹੈ, ਕਿਉਂਕਿ ਉਹ ਉਸ ਸਮੇਂ ਦੇ ਵਿੱਚ ਉਹਨਾਂ ਨੇ ਗੀਤ ਲਿਖਣ ਵਾਲੇ ਲਿਖੇ ਅਤੇ ਗਾਏ, ਕਿਉਂਕਿ ਉਸ ਵੇਲੇ ਟੈਕਨੋਲੋਜੀ ਦਾ ਯੁੱਗ ਨਹੀਂ ਸੀਗਾ ਤੇ ਉਹਨਾਂ ਨੇ ਵੇਖਿਆ ਹੈ ਉਸ ਮਾਹੌਲ ਨੂੰ, ਉਸ ਵਾਤਾਵਰਨ ਨੂੰ। ਤੇ ਉਸ ਵੇਲੇ ਤੁਸੀਂ ਜਾਣਦੇ ਹੋ ਕਿ ਕਿਹੋ ਜਿਹਾ ਮਾਹੌਲ ਹੋਵੇਗਾ ਜਿਸ ਵੇਲੇ ਇਹ ਕਲਮਾਂ ਗੀਤ ਲਿਖਦੀਆਂ ਹੋਣਗੀਆਂ। ਉਸ ਵੇਲੇ ਪੰਛੀਆਂ ਦੀ ਆਵਾਜ਼ ਸੀ, ਉਸ ਵੇਲੇ ਦਰਖਤਾਂ ਦੀ ਸੰਘਣੀ ਛਾਂ ਸੀ, ਉਸ ਵੇਲੇ ਵੱਖ-ਵੱਖ ਤਰ੍ਹਾਂ ਦੀਆਂ ਖੇਤਾਂ ਵਿੱਚ ਫਸਲਾਂ ਉਗਾਈਆਂ ਜਾਂਦੀਆਂ ਸੀ। ਉੱਥੇ ਕਿਸਾਨਾਂ ਦੇ ਹਲਾਂ ਦੀ, ਬਲਦਾਂ ਦੀ ਗੱਲ ਸੀ, ਬਲਦਾਂ 'ਚ ਪਾਈਆਂ ਹੋਈਆਂ ਟੱਲੀਆਂ ਟਣਕਦੀਆਂ ਸੀ ਅਤੇ ਚਰਖੇ ਦੀ ਕੁੱਕਰ ਦੀ ਆਵਾਜ਼ ਜਿਹੜੀ ਸੀ ਕਲਮਾਂ ਲਿਖਦੀਆਂ ਸੀ ਤੇ ਗਾਉਂਦੀਆਂ ਸੀ। ਹੁਣ ਇੱਕ ਸਮਾਂ ਨਵਾਂ ਹੈ, ਨਵੇਂ ਵਿੱਚ ਸੈਲਰ ਫੋਨ ਦੇ ਵਿੱਚ ਬੜਾ ਕੁਝ ਆਇਆ ਤੇ ਇਹ ਅਕਸਰ ਨਵਾਂ ਜਿਹੜਾ ਹੈ ਟੈਕਨੋਲੋਜੀ ਹੈ ਉਸ ਨੂੰ ਕਲਮਾਂ ਪੇਸ਼ ਕਰਦੀਆਂ ਨੇ ਤਾਂ ਨਵੀਂ ਪੀੜ੍ਹੀ ਇਸ ਨੂੰ ਸੁਣਦੀ ਹੈ। ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਕਦੇ ਵੀ ਕਿਸੇ ਐਸੇ ਆਰਟਿਸਟ ਜਿਹੜਾ ਕਿ ਬੁਲੰਦੀ ਤੇ ਆ ਉਹਦੇ ਵਿਰੁੱਧ ਨਾ ਬੋਲਣ ਦੀ ਕੋਸ਼ਿਸ਼ ਕਰੋ ਔਰ ਤੁਸੀਂ ਆਪਣਾ ਆਪ ਕੰਮ ਕਰੋ। ਔਰ ਮੈਂ ਸੀਨੀਅਰ ਹੋਣ ਦੇ ਨਾਤੇ ਇਹਨਾਂ ਲੋਕਾਂ ਨੂੰ ਨਸੀਹਤ ਦੇਣੀ ਚਾਹਾਂਗਾ ਕਿ ਤੁਸੀਂ ਪਹਿਲਾਂ ਆਪਣਾ ਫੇਸ ਵੇਖੋ ਔਰ ਆਪਣੀ ਤਰਜ਼ ਅਤੇ ਤਰਕ ਨਾਲ ਗੱਲ ਕਰਨ ਦੀ ਤਾਲੀਮ ਸਿੱਖੋ ਅਤੇ ਲਿਆਕਤ ਤੁਹਾਡੇ ਕੋਲ ਬਹੁਤ ਹੋਣੀ ਜ਼ਰੂਰੀ ਹੈ। ਇਹ ਨਹੀਂ ਤੁਸੀਂ ਫੇਸਬੁੱਕ ਤੇ ਬੈਠੇ ਮਹਾਰਾਜ ਬਣ ਜਾਂਦੇ ਹੋ, ਕਿਉਂਕਿ ਟੈਕਨੋਲੋਜੀ ਜਿਹੜੀ ਹੈ ਹਰ ਘਰ ਦੇ ਵਿੱਚ ਹੈ। ਮੇਰੀ ਇਹਨਾਂ ਨੂੰ ਇੱਕ ਬੇਨਤੀ ਹੈ, ਇਹਨਾਂ ਨੂੰ ਨਸੀਹਤ ਹੈ ਔਰ ਸਮੇਂ-ਸਮੇਂ ਤੇ ਸਮੇਂ ਦੇ ਮੁਤਾਬਕ ਕਲਮਾਂ ਲਿਖਦੀਆਂ ਨੇ, ਮੌਸਮ ਨੂੰ ਮੁੱਖ ਰੱਖਦੇ ਹੋਏ ਗੀਤ ਗਾਏ ਗਏ ਨੇ ਅਤੇ ਸੱਭਿਆਚਾਰਕ ਬੋਲੀਆਂ ਗਾਈਆਂ ਗਈਆਂ ਨੇ। ਸਿੱਠਣੀਆਂ, ਮੀਹਣੇ, ਤਾਨੇ ਅਕਸਰ ਆ ਸਾਡੇ ਪੰਜਾਬੀ ਵਿਰਸੇ ਵਿੱਚ ਨੇ। ਸੋ ਸਮਾਂ ਜਿਹੜਾ ਹੈ ਉਹ ਜਦੋਂ ਬਦਲਦਾ ਹੈ ਤੇ ਕਲਮਾਂ ਵੀ ਦੇਖਿਆ ਜਾਵੇ ਕਿ ਉਹ ਆਪਣਾ ਰੁਖ ਬਦਲਦੀਆਂ ਨੇ, ਕਿਉਂਕਿ ਕਲਮਾਂ ਜਿਹੜੀਆਂ ਹੈ ਕਿਵੇਂ ਲਿਖ ਸਕਦੀਆਂ ਨੇ ਅੱਜ ਕੱਲ੍ਹ ਦੀਆਂ ਪੰਜਾਬ ਦੇ ਵਿੱਚ ਫਸਲਾਂ ਦੋ ਤੋਂ ਬਗੈਰ ਕਿਹੜਾ ਗੀਤ ਲਿਖ ਸਕਦੀਆਂ ਨੇ। ਕੋਈ ਸਮਾਂ ਸੀ ਜਦੋਂ ਬਾਜਰਾ, ਬਾਜਰੀ, ਜਦੋਂ ਮਾਂ, ਜੋ ਕਪਾਹ ਜਾਂ ਮਿਰਚਾਂ ਜਾਂ ਹੋਰ ਕੁਝ ਕਿੰਨਾ ਕੁਝ ਬੀਜ ਜਾਂਦਾ ਸੀ ਤੇ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਤੇ ਉਹ ਫਿਰ ਅਕਸਰ ਗੀਤਾਂ ਦੇ ਰਾਹੀਂ ਆਵਾਜ਼ ਦੇ ਕੇ ਲੋਕਾਂ ਨੂੰ ਖੁਸ਼ ਕੀਤਾ ਜਾਂਦਾ ਸੀ। ਹੁਣ ਤਾਂ ਕੁਝ ਹੈ ਨਹੀਂਗਾ ਤੇ ਕਲਮਾਂ ਕਿਵੇਂ ਲਿਖ ਸਕਦੀਆਂ ਨੇ। ਸੋ ਕਲਮਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੁੰਦੀਆਂ ਨੇ ਅਜੋਕੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ। ਸੋ ਜਿਹੜਾ ਕਿ ਅੱਜ ਕੱਲ੍ਹ ਉੱਭਰਿਆ ਗਾਇਕ ਮੂਸੇਵਾਲਾ ਔਰ ਮੈਂ ਉਹਨੂੰ ਪੂਰੀ ਸਪੋਰਟ ਕਰਦਾ ਔਰ ਕਰਦਾ ਰਹਾਂਗਾ, ਕਿਉਂਕਿ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਇੱਕ ਐਸਾ ਨੌਜਵਾਨ ਹੈ ਜਿਸਨੇ ਬੜੀ ਤਰੱਕੀ ਕੀਤੀ ਹੈ ਔਰ ਥੋੜੀ ਉਮਰ ਵਿੱਚ ਇੱਕ ਛੋਟੇ ਘਰ ਤੋਂ ਵੱਡਾ ਮਹਿਲ ਬਣਾਇਆ। ਕੋਈ ਡਰੱਗ ਵੇਚ ਕੇ ਨਹੀਂ ਬਣਾਇਆ ਉਹਨੇ, ਇੱਥੇ ਕਿ ਆਰਟਿਸਟ ਨੇ ਡਰੱਗ ਵੀ ਵੇਚੀ ਹੈ ਔਰ ਡਰੱਗ ਵੀ ਵਿਕਾਈ ਹੈ। ਇਹ ਉਹ ਨਹੀਂ ਆਰਟਿਸਟ, ਇਹ ਮੂਸੇਵਾਲਾ ਨੌਜਵਾਨ ਲੜਕਾ ਔਰ ਬੜਾ ਹੁੰਦਲ ਹੀਰ ਲੜਕਾ ਹੈ ਔਰ ਮਾਂ ਦਾ ਪੁੱਤਰ ਹੈ ਅਤੇ ਘਰ ਦੇ ਵਿੱਚ ਪਿੰਡ ਵਿੱਚ ਇਹਨਾਂ ਨੇ ਫਤਵਾ ਦਿੱਤਾ ਹੋਇਆ, ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਬਾਗਡੋਰ ਸੰਭਾਲੀ ਹੋਈ ਇਸ ਪਰਿਵਾਰ ਨੂੰ। ਸੋ ਸਾਨੂੰ ਇਸ ਸੜਕ ਦੇ ਉੱਪਰ ਤੋਹਮਤਾਂ ਲਾਉਣੀ ਚਾਹੀਦੀ। ਮੈਂ ਟੈਣੇ ਨੂੰ ਬੇਨਤੀ ਕਰਾਂਗਾ ਆਪਣੇ ਸਵਰਨ ਬੇਟੇ ਕਿ ਲਿਮਿਟ ਵਿੱਚ ਤੂੰ ਆਪਣੀ ਪੱਤਰਕਾਰੀ ਪਲੀਜ਼ ਡੂ ਇਟ। ਤੂੰ ਸਿਆਣਾ ਬੱਚਾ ਹੈ ਔਰ ਅੱਛਾ ਲੱਗਦਾ ਤੇਰੇ ਵਾਸਤੇ ਵੀ ਔਰ ਲੈਟ ਹਿਮ ਡੂ ਔਰ ਲੋਕਾਂ ਨਾਲ ਇੰਜੋਏ ਕਰਦਾ ਹੈ। ਤੂੰ ਪੱਤਰਕਾਰੀ ਕਰਨੀ ਹੈ, ਪੱਤਰਕਾਰਾਂ ਦਾ ਕੰਮ ਹੁੰਦਾ ਪੱਤਰਕਾਰੀ ਕਰਨਾ ਔਰ ਇਹ ਨਹੀਂ ਕਿ ਸੇਧ ਦੇਣੀ। ਔਰ ਜੇ ਮੈਂ ਤੇਰੇ ਵਿੱਚ ਨੁਕਸ ਕੱਢਦਾ ਤਾਂ ਮੇਰੇ ਖਿਆਲ ਕਿ 1000 ਮੈਂ ਕੱਢ ਸਕਦਾ ਕਿ ਮੈਂ ਤੇ ਤੂੰ ਸੀਨੀਅਰ ਹਾਂ। ਸੋ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਜ਼ਿੰਦਗੀ ਵਿੱਚ ਔਰ ਲੈਟ ਦਮ ਲੋਕਾਂ ਨੂੰ ਇੰਜੋਏ ਕਰਨ ਦਿਓ। ਔਰ ਕੋਵਿਡ ਤੋਂ ਬਾਹਰ ਆਏ ਆ, ਲੈਟ ਦਮ ਇੰਜੋਏ ਪੀਪਲ। ਸੋ ਡੋਂਟ ਵੇਸਟ ਯੂਰ ਟਾਈਮ। ਹੁਣ ਤੇਰੇ ਤੇ ਕਿੰਤੂ ਪ੍ਰੰਤੂ ਕਰਦੇ, ਵਾਈ ਯੂ ਡੂਇੰਗ ਦਿਸ। ਤੂੰ ਸਿਆਣਾ ਬੱਚਾ ਹੈ ਸਵਰਨ, ਸੋ ਤੂੰ ਮੇਰੇ ਬੱਚਿਆਂ ਵਰਗਾ ਹੈ। ਸੋ ਇਹ ਮੂਸੇਵਾਲਾ ਵੀ ਲੋਕਾਂ ਦੇ ਵਿੱਚ ਬਹੁਤ ਆਪਣਾ ਨਾਮ ਕਮਾ ਚੁੱਕਾ ਔਰ ਮਿਹਨਤ ਕੀਤੀ ਹੈ, ਲੋਕ ਪਸੰਦ ਕਰਦੇ ਨੇ। ਸੋ ਔਰ ਸਾਨੂੰ ਇਹ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਇਸ ਬੱਚੇ ਨੇ ਮਿਹਨਤ ਕਰਕੇ ਬੜਾ ਕੁਝ ਬਣਾਇਆ। ਜੇ ਉਹਨੂੰ ਕਹੀਏ ਸੀ ਅਸੀਂ ਆਹ ਕਰ ਦੇਵਾਂਗੇ, ਆਹ ਕਰ ਦੇਵਾਂਗੇ, ਮੇਰੇ ਖਿਆਲ ਕਿ ਉਹ ਜਿੰਨੇ ਪੈਸੇ ਕਮਾਉਂਦਾ ਆ ਉਹਨਾਂ ਇੱਥੇ ਲੋਕ ਸਾਰਾ ਸਾਲ ਨਹੀਂ ਕਮਾਉਂਦੇ ਹੋਣੇ। ਚੰਗੀ ਗੱਲ ਹੈ, ਮਿਹਨਤ ਕਰਕੇ ਮਾਰੇ। ਸੋ ਮੂਸੇਵਾਲਾ ਜਿਹੜਾ ਹੈ ਆਪਣੇ ਗਾਇਕ ਹੈ ਜੀ ਔਰ ਅਸੀਂ ਅੱਜ ਦੇ ਸਟੇਜ ਦੇ ਵਿੱਚ ਦੱਸ ਦਈਏ ਕਿ ਅਸੀਂ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਕਲਾਕਾਰ ਦੇ ਗੀਤ ਨਹੀਂ ਲਾਉਂਦੇ, YouTube ਰਨ ਕਰਦੇ ਕਰਕੇ
ਪਰ ਅਸੀਂ ਇਹਦੇ ਨਾਲ ਸਟੈਂਡ ਕਰਦੇ ਹਾਂ ਅਤੇ ਮੈਂ ਕਮਿਊਨਿਟੀ ਨੂੰ ਬੇਨਤੀ ਕਰਾਂਗਾ ਕਿ ਵਾਦਾਂ ਵਿੱਚ ਨਾ ਪਿਆ ਕਰੋ। ਔਰ ਹੀ ਇਜ਼ ਅ ਗ੍ਰੇਟ ਸਿੰਗਰ, ਆਈ ਲਵ ਹਿਮ ਐਬਸੋਲੂਟ। ਕਿ ਸਿੱਧੂ ਮੂਸੇਵਾਲਾ ਇੱਕ ਐਸਾ ਗਾਇਕ ਜਿਸ ਨੇ ਛੋਟੀ ਉਮਰ ਦੇ ਵਿੱਚ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਮ ਕਮਾਇਆ ਤੇ ਪੈਸਾ ਵੀ ਖੂਬ ਕਮਾਇਆ, ਪਰ ਸਮੇਂ-ਸਮੇਂ ਤੇ ਦੇਖਿਆ ਜਾਵੇ ਕਿ ਵਾਦ ਵਿਵਾਦਾਂ ਦੇ ਵਿੱਚ ਅਕਸਰ ਹਰ ਆਰਟਿਸਟ, ਹਰ ਪੋਲੀਟੀਸ਼ੀਅਨ ਜਦੋਂ ਵੀ ਕੋਈ ਪਬਲਿਕ ਫਿਗਰ ਹੁੰਦਾ ਹੈ ਤਾਂ ਉਸ ਦੇ ਦੁਆਲੇ ਜਦੋਂ ਉਹ ਚੜ੍ਹਤ ਵਿੱਚ ਹੁੰਦਾ ਹੈ ਤੇ ਕੁਝ ਲੋਕ ਜਿਹੜੇ ਨੇ ਉਹ ਬੈਡ ਕਮੈਂਟ ਕਰਦੇ ਨੇ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਦੂਜੇ ਦੇ ਕੰਮ ਦੇ ਵਿੱਚ ਅੜਿੱਕਾ ਨਾ ਤੁਸੀਂ ਡਾਓ, ਲੈਟ them enjoy, ਔਰ ਜੋ ਉਹ ਕਰਦੇ ਨੇ ਉਹਨੂੰ ਕਰਨ ਦਿਓ। ਔਰ ਮੇਰੇ ਖਿਆਲ ਕਿ ਐਡੀ ਵੱਡੀ ਇਹਦੀ ਫੋਲੋਅਰ ਕੁਝ ਨਾ ਕੁਝ ਤਾਂ ਜ਼ਰੂਰ ਹੈ। ਸੋ ਸਿੱਧੂ ਮੂਸੇਵਾਲੇ ਦੀ ਇਸ ਵੇਲੇ ਇੰਨੀ ਚਰਚਾ ਹੈ ਔਰ ਇੰਨੀ ਚੜ੍ਹਤ ਹੈ, ਔਰ ਮਾਣ ਦੀ ਮੈਨੂੰ ਕਿਉਂ ਇੱਕ ਵੱਡੀ ਗੱਲ ਲੱਗਦੀ ਇਸ ਨੌਜਵਾਨ ਤੇ ਕਿ ਇਹਨੇ ਸਿਰ ਤੇ ਦਸਤਾਰ ਸਜਾਈ ਹੋਈ ਹੈ ਤੇ ਮੈਂ ਇਹਨੂੰ ਬਹੁਤ ਪਿਆਰ ਕਰਦਾ। ਜਿਹੜੇ ਦਸਤਾਰ ਸਜਾ ਕੇ ਤੂੰ ਜਾਣਦੇ ਹੋ ਕਿ ਤੁਹਾਡੇ ਸਿਰ ਵਿੱਚ ਇੱਕ ਨੌਜਵਾਨ ਗੱਭਰੂ ਇੱਕ ਪਿਰਤ ਪਾਉਂਦਾ ਹੈ ਔਰ ਮੁੰਡੇ ਦਸਤਾਰ ਸਜਾਉਣ ਲੱਗ ਪਏ, ਉਹਨੂੰ ਵੇਖ ਕੇ ਬਹੁਤ ਚੰਗੀ ਗੱਲ ਹੈ। ਔਰ ਇਹ ਤਾਂ ਨਹੀਂ ਹੈ ਕਿ ਆਪਣੇ ਵਾਲ ਜਿੱਦ ਕੁੱਕੜੂ ਘੜੂ ਜਿਹਾ ਹੁੰਦੇ ਆ, ਇੱਕ ਕੀ ਜੈਜ਼ੀ ਬੈਂਸ, ਉਹ ਦੇਖੋ ਕਿਹੋ ਜਿਹੀ ਸ਼ਕਲ ਹੈ ਉਹਦੀ। ਸੋ ਤੁਸੀਂ ਵੇਖੋ ਹੋਰ ਲੋਕ ਜਿਹੜੇ ਨੇ ਹਾਂਜੀ ਕਿੰਨੀਆਂ ਇਹ ਗਹਿਣੇ ਪਾ ਲੈਂਦੇ ਨੇ, ਔਰਤਾਂ ਨੇ ਵੀ ਨਹੀਂ ਪਾਏ ਹੁੰਦੇ, ਪਰ ਇੱਕ ਸਿੰਪਲ ਰਹਿ ਕੇ ਗਾਣਾ ਗਾਇਆ ਔਰ ਗਾਣੇ ਗਾਏ ਅਤੇ ਲੋਕਾਂ ਨੂੰ ਮਨੋਰੰਜਨ ਕੀਤਾ। ਕੀ ਖਿਆਲ ਤੁਹਾਡਾ ਇਸ ਬਾਰੇ? ਗਿਵ ਮੀ ਕਾਲ ਪਲੀਜ਼। ਸੋ ਸਰ ਤੁਸੀਂ ਕਹਿਣਾ ਚਾਹੁੰਦੇ ਹੋ ਪਲੀਜ਼? ਕੁਝ ਮਿੰਟ ਲਈ ਅਸੀਂ ਛੋਟਾ ਸੈਗਮੈਂਟ ਰੱਖਾਂਗੇ। ਮੇਰੇ ਮੁਤਾਬਕ ਸਿੱਧੂ ਮੂਸੇਵਾਲੇ ਨੇ ਜੋ ਵੀ ਕੁਛ ਵੀ ਕੀਤਾ ਆਪਣੀ ਜ਼ਿੰਦਗੀ ਵਿੱਚ, ਇਹਨਾਂ ਦੇ ਪਿੰਡ ਦੇ ਵਿੱਚ, ਮੈਂ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਪਿੰਡ ਦੀ ਦੇਖਿਆ ਜਾਏ ਪੂਰੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਸਰਪੰਚ ਇਹਨਾਂ ਨੇ ਮਾਤਾ ਜੀ ਅਤੇ ਪਿੰਡ ਦੀ ਨੁਹਾਰ ਬਦਲੀ ਹੋਈ ਹੈ ਅਤੇ ਮੇਰੇ ਖਿਆਲ ਕਿ ਬਹੁਤ ਵੱਡੇ ਦੇਖਿਆ ਜਾਵੇ ਕਿ ਇਹਨੇ ਮਹਿਲ ਵੀ ਬਣਾਇਆ ਮਿਹਨਤ ਕਰਕੇ, ਇਹਨੇ ਡਰੱਗ ਵੇਚ ਕੇ, ਹੇਰਾਫੇਰੀ ਕਰਕੇ, ਫਰਾਡ ਕਰਕੇ। ਸੋ ਸਾਨੂੰ ਸਲਾਮ ਕਰਨਾ ਚਾਹੀਦਾ ਇਸ ਨੌਜਵਾਨ ਨੂੰ, ਛੋਟੀ ਉਮਰ ਦੇ ਵਿੱਚ ਇੰਨੀ ਮਿਹਨਤ ਕੀਤੀ ਹੈ ਤੇ ਸਾਨੂੰ ਇਹਦੇ ਉੱਪਰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ, ਚਾਹੇ ਕੋਈ ਵੀ ਵਿਅਕਤੀ ਹੈ, ਨੋ ਮੈਟਰ ਬਟ। ਔਰ ਕਿੰਤੂ ਪ੍ਰੰਤੂ ਕਰਨ ਤੋਂ ਪਹਿਲਾਂ ਤੁਸੀਂ ਸੋਚੋ ਕਿ ਤੁਸੀਂ ਆਪ ਕੌਣ ਹੋ, ਤੁਸੀਂ ਆਪ ਕਿੰਨੇ ਫਰਾਡ ਕਰ ਚੁੱਕੇ ਹੋ ਔਰ ਤੁਹਾਡੇ ਤੇ ਕਿੰਨੇ ਚਾਰਜ ਸੀਟ ਲੱਗ ਚੁੱਕੇ ਨੇ। ਸੋ ਇਹਦੇ ਬਾਰੇ ਵਿੱਚ ਗਿਵ ਅਸ ਅ ਕਾਲ, ਕੀ ਕਹਿਣਾ ਚਾਹੁੰਦੇ ਹੋ ਮੂਸੇਵਾਲੇ ਵਿੱਚ? ਜੇ ਤੁਸੀਂ ਮੈਨੂੰ ਪੁੱਛੋ, ਮੈਂ ਕਹਿ ਸਕਦਾ ਕਿ ਇਸ ਨੌਜਵਾਨ ਨੇ ਇੱਕ ਨਵੀਂ ਪਿਰਤ ਪਾਈ ਹੈ ਅਤੇ ਇਹਨੇ ਆਪਣਾ ਨਾਮ ਕਮਾਇਆ ਅਤੇ ਲੋਕਾਂ ਨੂੰ ਇੱਕ ਪ੍ਰੇਰਿਤ ਕੀਤਾ। ਆਈ ਲਾਈਕ ਮੂਸੇਵਾਲਾ। ਬਿਲਕੁਲ ਜੀ, ਬਾਸੀ ਸਾਹਿਬ ਇੱਕ ਛੋਟੀ ਉਮਰ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੰਨਾ ਕੁਝ ਕਰ ਜਾਣਾ ਤੇ ਦੁਨੀਆ ਦੇ ਉੱਤੇ ਨਾਂ ਕਰ ਲੈਣਾ। ਇਹ ਤੋਂ ਪਹਿਲਾਂ ਵੀ ਬਹੁਤ ਸਿੰਗਰ ਹੋਏ ਆ ਤੇ ਪਰ ਇੱਕ ਬਹੁਤ ਛੋਟੀ ਉਮਰ ਦੇ ਵਿੱਚ ਤੇ ਬਹੁਤ ਜਲਦੀ ਨਾਲ ਇੰਨੀ ਸਕਸੈਸ ਪਾ ਲੈਣੀ, ਇਹ ਹਰ ਇੱਕ ਨੂੰ ਕਲਾ ਨਹੀਂ ਦਿੰਦਾ ਵਾਹਿਗੁਰੂ। ਇਹ ਬਹੁਤ ਲਿਮਟਿਡ ਬੰਦੇ ਹੁੰਦੇ ਤੇ ਉਸ ਕਲਾ ਨੂੰ ਰਹਿ ਕੇ, ਉਸ ਕਲਾ ਦੇ ਵਿੱਚ ਰਹਿ ਕੇ ਉਸੇ ਮਿੱਟੀ ਨਾਲ, ਉਸੇ ਪਿੰਡ ਨਾਲ ਜੁੜੇ ਰਹਿਣਾ, ਇਹ ਵੀ ਇੱਕ ਬੰਦੇ ਦੀ ਕਾਬਲੀਅਤ ਹੁੰਦੀ ਆ। ਕਿਉਂਕਿ ਕਹਿੰਦੇ ਸਕਸੈਸ ਹੁੰਦੀ ਜਿਹੜੀ ਉਹ ਹਰ ਇੱਕ ਤੋਂ ਹੈਂਡਲ ਵੀ ਨਹੀਂ ਹੁੰਦੀ, ਪਰ ਉਹ ਬੰਦਾ ਅੱਜ ਵੀ ਆਪਦੇ ਪਿੰਡ ਬੈਠਾ, ਅੱਜ ਵੀ ਗੱਲ ਕਰਦਾ ਤੇ ਅੱਜ ਵੀ ਉਹ ਇਹ ਨਹੀਂ ਕਿ ਮੈਂ ਫੇਮਸ ਹੋ ਗਿਆ, ਮੇਰਾ ਫਲਾਨੀ ਥਾਂ ਤੇ ਮੈਨੂੰ ਉਹ ਅਵਾਰਡ ਮਿਲ ਗਿਆ, ਆਹ ਮਿਲ ਗਿਆ ਤੇ ਮੈਂ ਲੱਚਰਤਾ ਲੈ ਆਵਾਂ ਸਾਰੇ ਕਾਜ ਦੇ ਵਿੱਚ। ਅੱਜ ਵੀ ਉਹ ਤਰਕ ਵਾਲੀਆਂ ਗੱਲਾਂ ਹੁੰਦੀਆਂ ਗੀਆਂ ਤੇ ਅੱਜ ਵੀ ਹਰ ਇੱਕ ਉਹ ਬੰਦਾ, ਇੱਕ ਸਿੰਗਲ ਬੰਦਾ, ਇਹ ਨਹੀਂ ਕਿ ਅਗਲਾ ਮਸ਼ਹੂਰ ਆ ਤਾਂ ਅਗਲੇ ਨੂੰ ਇਹ ਸਾਰੀਆਂ ਆਪਣੀਆਂ ਫੇਸ ਕਰਨੀਆਂ ਪੈਂਦੀਆਂ ਗੱਲਾਂ। ਸੇਮ ਗੱਲਾਂ ਸਾਡੇ ਨਾਲ ਸਾਰਿਆਂ ਨਾਲ ਹੁੰਦੀਆਂ, ਸੇਮ ਗੱਲਾਂ ਉਹ ਬੰਦੇ ਨੇ ਫੀਲ ਕੀਤੀਆਂ ਕਿ ਉਹਦੇ ਪਰਿਵਾਰ ਨੂੰ ਕਿਸ ਤਰ੍ਹਾਂ ਟਾਰਗੇਟ ਕੀਤਾ ਗਿਆ। ਫਿਰ ਉਹਦਾ ਪਿੱਛੇ ਜਿਹੜਾ ਇੱਕ ਗਾਣਾ ਵੀ ਆਇਆਗਾ 295, ਉਹਦੇ ਵਿੱਚ ਵੀ ਉਹਨੇ ਕਿੰਨਾ ਕੁਝ ਕਿਹਾਗਾ। ਸੋ ਇੱਕ ਬਹੁਤ ਔਖਾ ਹੁੰਦਾ ਜਿਹੜੇ ਅਗਲੇ ਨੇ ਮੁਕਾਮ ਪਾਇਆਗਾ, ਆਪਾਂ ਉਹਨੂੰ ਕੋਈ ਰੁਪਈਆਂ ਦੇ ਵਿੱਚ ਤੋਲ ਲਈਏ ਜਾਂ ਕੁਝ ਹੋਰ ਤੋਲ ਲਈਏ, ਉਹ ਬਹੁਤ ਸਰਾਸਰ ਗਲਤ ਗੱਲ ਹੋ ਜਾਂਦੀ। ਜੀ ਬੋਲੋ ਜੀ ਦਲਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ। ਮਤਲਬ ਦੇਖੋ ਉਹਨੇ ਮੁੰਡੇ ਨੇ ਮਾਲਵੇ ਦੇ ਟਿੱਬਿਆਂ ਚੋਂ ਉੱਠ ਕੇ ਜੋ ਉਹਨੇ ਮੁਕਾਮ ਹਾਸਲ ਕੀਤਾ ਉਹਨੂੰ ਆਪਾਂ ਐਪਰੀਸ਼ੀਏਟ ਕਰਦੇ ਹਾਂ। ਚਲੋ ਠੀਕ ਆ, ਮਾੜਾ ਮੋਟਾ ਤਾਂ ਬਈ ਉਹਨਾਂ ਦਾ ਇੱਕ ਬਿਜ਼ਨਸ ਆ ਨਾ, ਉਹ ਚ ਥੋੜਾ ਬਹੁਤਾ ਜੇ ਗਾਣੇ ਚ ਚਲੋ ਇੰਨਾ ਕੁ ਭਰਨਾ ਹੀ ਪੈਂਦਾ ਹਨਾ, ਕਿਤੇ ਕੋਈ ਨਾ ਕੋਈ ਲੈਣ ਇਦਾਂ ਦੀ ਤੇ ਹੋ ਗਿਆ। ਬਾਕੀ ਵਾਈਸੀ ਪ੍ਰਾਪਰਟੀ ਦਾ ਕੀ ਆ, ਉਹ ਤਾਂ ਜਦੋਂ ਮਰਜ਼ੀ ਖਰੀਦ ਲਓ, ਜਦੋਂ ਕੋਈ ਪਤਾ ਨਹੀਂ ਅੱਜ ਤੁਹਾਡੇ ਕੋਲ ਕਿੰਨੀ ਹੈ, ਕੱਲ ਨੂੰ ਕਿੱਦਾਂ ਦਾ ਹੈ। ਜੋ ਤੁਹਾਡੇ ਕੋਲ ਥੋੜੀ ਪ੍ਰਸਿੱਧੀ ਆ, ਤੁਹਾਡਾ ਤੁਸੀਂ ਕੋਈ ਮੁਕਾਮ ਹਾਸਲ ਕੀਤਾ ਵਾ ਮਿਹਨਤ ਕਰਕੇ, ਉਹ ਤੁਹਾਡਾ ਅਸਲੀ ਨਾਲ ਰਹਿਣਾ। ਕਹਿੰਦੇ ਹੁੰਦੇ ਵੀ ਜਿੱਦਾਂ ਸਿਵਿਆਂ ਨੂੰ ਜਾਂਦਾ ਕਰਕੇ ਦੱਸੂਗਾ ਵੀ ਗੱਭਰੂ ਨੇ ਕੀ ਖੱਟਿਆ ਜ਼ਿੰਦਗੀ ਤੋਂ, ਉਹ ਚੀਜ਼ ਹੁੰਦੀ ਆ। ਪ੍ਰਾਪਰਟੀ ਤਾਂ ਬਸ ਜਦੋਂ ਮਰਜ਼ੀ। ਬਿਲਕੁਲ ਜੀ, ਬਾਕੀ ਭਾਈ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸਿਵਿਆਂ ਨੂੰ ਜਾਂਦਾ ਇਕੱਠ ਦੱਸੂਗਾ, ਪਰ ਗੱਲ ਇਹ ਵੀ ਨਹੀਂ ਹੁੰਦੀ ਕਿ ਇਕੱਠ ਸਿਵਿਆਂ ਵਾਲੇ ਨਹੀਂ ਦੱਸਣਾ ਕਿ ਤੁਹਾਡੀ ਪਹੁੰਚ ਕਿੰਨੀ ਕੁ ਸੀ। ਜੇ ਜਾਉਂਦਿਆਂ ਤੋਂ ਨਹੀਂ ਨਾ ਤੁਹਾਡੇ ਨਾਲ ਮੇਲਾ ਲੱਗਦਾ ਜਿੱਥੇ ਤੁਸੀਂ ਜਾਂਦੇ ਹੋ, ਫਿਰ ਸਿਵਿਆਂ ਵਾਲਾ ਵੀ ਉੱਥੇ ਤੁਹਾਡਾ ਮਿੱਟੀ ਹੋ ਜਾਂਦਾਗਾ। ਮੇਰਾ ਮੰਨਣਾ ਇਹ ਹੈਗਾ, ਪਰਸਨਲ ਓਪੀਨੀਅਨ ਹੋ ਸਕਦਾਗਾ,
ਪਰ ਜਿਉਂਦੇ ਜੀ ਬੰਦੇ ਨੇ ਦੇਖੋ ਛੋਟੀ ਉਮਰ ਦੇ ਵਿੱਚ ਕਿੱਥੋਂ ਕਿੱਥੇ ਲੈ ਗਿਆ। ਫਿਰ ਉਹ ਬੰਦਾ ਤਾਂ ਸ਼ਰੇਆਮ ਕਹਿ ਰਿਹਾ ਕਿ ਕੌਣ ਕੁੱਤਾ ਕੌਣ ਦੱਲਾ। ਇੱਥੇ ਸਰਟੀਫਿਕੇਟ ਫੇਸਬੁੱਕਾਂ ਤੇ ਵੰਡੇ ਜਾਂਦੇ ਆ ਕਿ ਮਾਵਾਂ ਕੁੱਖਾਂ ਦੀਆਂ ਗੱਲਾਂ ਬਹੁਤ ਛੇਤੀ ਹੋ ਜਾਂਦੀਆਂ। ਉਦੋਂ ਪਹਿਲਾਂ ਵੀ ਅਗਲਾ ਯਾਰ ਪਿੰਡ ਬੈਠਾ ਪਿੰਡ ਦੀ ਗੱਲ ਕਰੀ ਜਾਂਦਾ, ਅੱਜ ਵੀ ਉਹ ਫਾਰਮ ਟਰੈਕ ਤੇ ਚੜਿਆ ਕੱਦੂ ਕਰੀ ਜਾਂਦਾਗਾ ਉੱਥੇ। ਤੇ ਇੱਥੇ ਇੱਕ ਗਾਣਾ ਚੱਲਿਆ ਨਹੀਂ ਤੇ ਅਗਲਾ ਨਾਲ ਹੀ ਗਾਉਣ ਲੱਗ ਜਾਂਦਾ, ਉਹ ਸਾਡੇ ਕੋਲੇ 100 ਕਿੱਲਾ, ਸਾਡਾ ਨਾਂ ਬਹੁਤ ਹੈ, ਉਹ ਫਲਾਨਾ ਕੀ ਹੈ, ਢਮਕਾ ਕੀ ਆ। ਅਗਲਾ ਕੰਮ ਕਰੀ ਜਾਂਦਾ। ਕੰਮ ਕਰੋ ਯਾਰ, ਸਵਾਦ ਲਓ। ਤੁਸੀਂ ਆਪਦਾ ਚੰਗੀ ਸੋਹਣੀ ਜ਼ਿੰਦਗੀ ਬਤੀਤ ਕਰ ਸਕਦੇ ਹੋ, ਸੋਹਣੀਆਂ ਕਾਰਾਂ ਲੈ ਸਕਦੇ ਹੋ। ਜ਼ਰੂਰੀ ਥੋੜੀ ਆਪਾਂ ਜੈਲਸੀ ਹੋਣਾ, ਐਪਰੀਸ਼ੀਏਟ ਵੀ ਕੀਤਾ ਜਾ ਸਕਦਾ, ਕਿਉਂਕਿ ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਉਹਨੂੰ ਨਾ ਦੇਖੋ ਨਾ ਸੁਣੋ ਉਹਨੂੰ। ਹੁਣ ਕੁਝ ਬੰਦਿਆਂ ਨੂੰ ਗੁਰਬਾਣੀ ਵੀ ਨਹੀਂ ਵਧੀਆ ਲੱਗਦੀ, ਉਹ ਨਹੀਂ ਜਾਂਦੇ ਗੁਰਦੁਆਰੇ, ਉਹ ਨਹੀਂ ਸੁਣਦੇ। ਕੁਝ ਬੰਦਿਆਂ ਨੂੰ ਇੱਥੇ ਗਲਤ ਜਿਹੜੀਆਂ ਵੈਬਸਾਈਟਾਂ ਚੱਲਦੀਆਂ ਨੇ ਉਹ ਨਹੀਂ ਵਧੀਆ ਲੱਗਦੀਆਂ, ਉਹ ਨਹੀਂ ਦੇਖਦੇ। ਕੁਝ ਟੀਵੀ ਚੈਨਲ ਆਪਣੇ ਘਰਾਂ 'ਚ ਸਾਰਿਆਂ 'ਚ IPTV ਲੱਗੇ ਹੋ ਤੇ ਇਹੋ ਜਿਹੇ ਭੱਦੇ ਆਉਂਦੇ ਨੇ ਕਿ ਆਪਾਂ ਉਹ ਨਹੀਂ ਦੇਖਦੇ। ਸੋ ਮਤਲਬ ਕਿ ਨਾ ਦੇਖੋ ਉਹ ਚੀਜ਼ਾਂ ਨੂੰ ਜੀ। ਗੌਰਵ ਪੰਜਾਬ ਚ ਬਿਲਕੁਲ ਛੋਟਾ ਸੈਗਮੈਂਟ ਰੱਖਣਾ, ਇਸ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ। ਨੰਬਰ 6 ਕਾਲਰ ਕੀ ਕਹਿਣਾ ਚਾਹੁੰਦੇ ਹੋ? Hi, Baki Saab. Yeah, how's doing? Good. How are you? Yeah, ਕੀ ਕਹਿਣਾ ਚਾਹੁੰਦੇ ਤੁਸੀਂ? ਭਾਜੀ ਮੈਂ ਬਹੁਤ ਰਿਸਪੈਕਟ ਕਰਦੀ ਹਾਂ ਤੁਹਾਡੀ, ਬਿਕੋਜ਼ ਤੁਸੀਂ ਬਹੁਤ ਅੱਛਾ ਸ਼ੋਅ ਲੈ ਕੇ ਆਉਂਦੇ ਆ ਤੇ ਮੈਂ ਬਹੁਤ ਰਿਸਪੈਕਟ ਕਰਦੀ ਹਾਂ ਸਿੱਧੂ ਮੂਸੇਵਾਲੇ ਦੀ, ਬਿਕੋਜ਼ ਸਭ ਤੋਂ ਮੇਨ ਗੱਲ ਹੈ ਕਿ ਉਹ ਵੀ ਸਿਰਫ ਇੱਕ ਸਿੰਗਰ ਹੈ ਇੰਡਸਟਰੀ ਦੇ ਵਿੱਚ ਜਿਹੜਾ ਆਪਣੇ ਪੈਰੈਂਟਸ ਨੂੰ ਮੂਹਰੇ ਲੈ ਕੇ ਆਉਂਦਾ ਤੇ ਉਹਨਾਂ ਨੂੰ ਰਿਸਪੈਕਟ ਦਿਖਾਉਂਦਾ ਹੈ। ਥੈਂਕ ਯੂ ਸੋ ਮਚ।